ਨਾਮ ਵਾਹਿਗੁਰੂ ਸਾਹਿਬ ਜੀ। ਸੁਣਿਆ ਹੈ ਸਿੱਧ ਪੀਰ ਸੁਰਨਾਥ, ਸੁਣਿਆ ਹੈ ਧਰਤ ਤਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋ ਨਾ ਸਕਹਿ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ, ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਨ ਦੇ ਨਾਲ ਸਾਨੂੰ ਕੀ ਬਖਸ਼ਿਸ਼ਾਂ ਹੁੰਦੀਆਂ ਹਨ। ਇਸ 4 ਪੌੜੀਆਂ ਦੇ ਵਿੱਚ ਸਤਿਗੁਰੂ ਨੇ ਸੁਣਨ ਦੀ ਮਹਾਨਤਾ ਦੱਸੀ ਹੈ। ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਸਾਨੂੰ ਕੀ ਪ੍ਰਾਪਤੀ ਹੁੰਦੀ ਹੈ। ਆਰੰਭ ਦੇ ਵਿੱਚ ਹੀ ਬੇਨਤੀ ਹੈ, ਆਮ ਕਰਕੇ ਅਸੀਂ ਇਹਦਾ ਉਚਾਰਨ ਸੁਣੀਏ ਕਰਦੇ। ਸੁਣੀਏ ਸ਼ਬਦ ਵੀ ਗੁਰਬਾਣੀ ਦੇ ਵਿੱਚ ਪਿੱਛੇ ਆਪਾਂ ਪੜ੍ਹਿਆ ਹੈ, ਗਾਵੀਏ ਸੁਣੀਏ ਮਨ ਰੱਖੀਏ ਭਾਵ। ਜਦੋਂ ਨਾਣੇ ਨੂੰ ਸਿਹਾਰੀ ਆਏਗੀ ਉੱਥੇ ਉਚਾਰਨ ਹੈ ਸੁਣਿਆ ਹੈ, ਜਿੱਥੇ ਬਿਹਾਰੀ ਆਏਗੀ ਉੱਥੇ ਹੈ ਸੁਣੀਏ। ਜੇ ਸ਼ੁੱਧ ਉਚਾਰਨ ਹੋਏਗਾ ਤਾਂ ਸਾਨੂੰ ਅਰਥ ਭਾਵ ਵੀ ਉਹਦਾ ਬਹੁਤ ਆਸਾਨੀ ਨਾਲ ਸਮਝ ਲੱਗੇ। ਸਾਹਿਬ ਜੀ ਕਿਰਪਾ ਕਰ ਰਹੇ ਹਨ, ਕਹਿੰਦੇ ਸੁਣਨ ਦੇ ਨਾਲ ਕੀ ਪ੍ਰਾਪਤੀ ਹੁੰਦੀ ਹੈ। ਸੁਣਿਆ ਸਿੱਧ ਪੀਰ ਸੁਰਨਾਥ। ਸਿੱਧ ਕਹਿੰਦੇ ਜਿਹੜੇ ਪੁੱਗੇ ਹੋਏ ਜੋਗੀ ਹਨ, ਜਿਨ੍ਹਾਂ ਨੇ ਸਿੱਧੀ ਪ੍ਰਾਪਤ ਕਰ ਲਈ। ਸੁਣਿਆ ਸਿੱਧ ਪੀਰ ਸੁਰਨਾਥ ਜੀ। ਹੁਣ ਇਹਦਾ ਉਚਾਰਨ ਆਪਾਂ ਸੁਣੀਏ ਕਰਾਂਗੇ, ਭਾਵ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਸਿੱਧ ਪੀਰ ਤੁਸੀਂ ਸੁਣੋ, ਅਰਥ ਹੀ ਉਹਦਾ ਅਲੱਗ ਹੋ ਜਾਏ। ਇੱਥੇ ਸਭ ਕਹਿ ਰਹੇ ਸੁਣਿਆ ਸਿੱਧ ਪੀਰ ਸੁਰਨਾਥ। ਜਦੋਂ ਪ੍ਰਮਾਤਮਾ ਦੇ ਨਾਮ ਨੂੰ ਧਿਆਨ ਦੇ ਨਾਲ ਸੁਣੇਗਾ, ਐਸੀ ਅਵਸਥਾ ਤੈਨੂੰ ਜੀਵਨ ਦੇ ਵਿੱਚ ਮਿਲੇਗੀ ਜਿੱਦਾਂ ਦੀ ਸਿੱਧਾਂ ਦੀ ਹੈ। ਪੀਰ ਕਹਿੰਦੇ ਹਨ ਮੁਸਲਮਾਨ, ਆਪਣੇ ਅਧਿਆਤਮਕ ਗੁਰੂਆਂ ਨੂੰ। ਸੁਰ ਕਹਿੰਦੇ ਹਨ ਹਿੰਦੂ ਦੇਵਤੇ, ਤੇ ਜਿਹੜਾ ਨਾਥ ਹੈ ਉਹ ਜੋਗੀ ਕਹਿੰਦੇ ਹਨ। ਸਤਿਗੁਰੂ ਨੇ ਤਿੰਨਾਂ ਦੀ ਗੱਲ ਕੀਤੀ, ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਇੱਕ ਮਨੌਤ ਕਹਿੰਦੇ ਹਨ, ਅੱਗੇ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਇਸੇ ਬਾਣੀ ਦੇ ਵਿੱਚ, ਕਿ ਇੱਕ ਧੌਲ ਨੇ ਧਰਤੀ ਨੂੰ ਸਹਾਰਾ ਦੇ ਕੇ ਰੱਖਿਆ। ਪਰ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਨੂੰ ਧਿਆਨ ਦੇ ਨਾਲ ਸੁਣਾਂਗੇ, ਸਾਨੂੰ ਇਹ ਸਮਝ ਆਏਗੀ ਕਿ ਧਰਤੀ ਦਾ ਆਸਰਾ ਕੌਣ ਹੈ। ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ। 7 ਦੀਪ 3 ਲੋਕ। ਪਾਤਾਲ ਕਹਿੰਦੇ ਧਰਤੀ ਦਾ ਥੱਲੜਾ ਹਿੱਸਾ। ਇਹਦੀ ਵੀ ਸਮਝ ਸਾਨੂੰ ਆਏਗੀ ਕਦੋਂ, ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਨੂੰ ਸੁਣਨਾ ਕਰਾਂਗੇ। ਸੁਣਿਆ ਪੋ ਨਾ ਸਕਹਿ ਕਾਲ। ਅਸੀਂ ਕਈ ਵੇਲੇ ਪੋਹੇ ਕਹਿੰਦੇ ਹਾਂ। ਪੋ ਮਤਲਬ ਛੋਹਦਾ ਨਹੀਂ ਹੈ। ਕਹਿੰਦੇ ਆਤਮਕ ਮੌਤ ਨੇੜੇ ਨਹੀਂ ਆਉਂਦੀ ਜੈਸਾ ਬੰਦਾ ਪ੍ਰਮਾਤਮਾ ਦੇ ਨਾਮ ਨੂੰ ਸੁਣਨਾ ਕਰਦਾ। ਸੁਣਿਆ ਪੋ ਨਾ ਸਕਹਿ ਕਾਲ, ਨਾਨਕ ਭਗਤਾਂ ਸਦਾ ਵਿਗਾਸ। ਪ੍ਰਭੂ ਦੇ ਪਿਆਰਿਆਂ ਦੇ ਅੰਦਰ ਹਮੇਸ਼ਾ ਹੀ ਵਿਕਾਸ, ਖੇੜਾ, ਖੁਸ਼ੀ ਰਹਿੰਦੀ ਹੈ। ਤੇ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਨ ਦੇ ਨਾਲ, ਪ੍ਰਮਾਤਮਾ ਦਾ ਨਾਮ ਸੁਣਨ ਦੇ ਨਾਲ, ਸੁਣੈ ਦੁਖ ਪਾਪ ਕਾ ਨਾਸ਼।
ਸੁਣਿਆ ਈਸ਼ਰ ਬ੍ਰਹਮਾ ਇੰਦ। ਇਹੋ ਜਿਹੀ ਅਵਸਥਾ 'ਤੇ ਮਨੁੱਖ ਪਹੁੰਚ ਜਾਂਦਾ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਸੁਣਦਾ ਹੈ। ਈਸ਼ਰ ਕਹਿੰਦੇ ਸ਼ਿਵ ਜੀ, ਬ੍ਰਹਮਾ ਤੇ ਇੰਦਰ। ਸੁਣਿਆ ਮੁਖ ਸਲਾਹਣ ਮੰਦ। ਮੰਦ ਕਰਮੀ ਜਿਹੜਾ ਨਾ ਮਨੁੱਖ, ਭੈੜੇ ਕਰਮ ਕਰਨ ਵਾਲਾ, ਪਰ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਸੁਣਦਾ ਹੈ ਤੇ ਉਹ ਵੀ ਮੁਖ ਦੇ ਨਾਲ ਪ੍ਰਮਾਤਮਾ ਨੂੰ ਸਲਾਹੁਣ ਲੱਗ ਜਾਂਦਾ, ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਸੁਣਿਆ ਮੁਖ ਸਲਾਹਣ ਮੰਦ, ਜਾਂ ਆਪਾਂ ਇੱਦਾਂ ਕਹਿ ਦਈਏ ਕਿ ਜਿਹੜਾ ਮਨੁੱਖ ਦੇ ਮੂੰਹ ਦੇ ਵਿੱਚੋਂ ਭੈੜੀਆਂ ਗੱਲਾਂ ਨਿਕਲਦੀਆਂ ਸੀ, ਗਾਲਾਂ ਹੀ ਕੱਢਦਾ ਸੀ, ਪਰ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਸੁਣਦਾ ਹੈ, ਧਿਆਨ ਦੇ ਨਾਲ ਸੁਣਦਾ ਹੈ, ਤੇ ਉਦੋਂ ਪ੍ਰਮਾਤਮਾ ਦੀ ਸਿਫਤ ਕਰਦਾ ਹੈ, ਪ੍ਰਭੂ ਦੇ ਗੁਣ ਗਾਉਂਦਾ ਹੈ, ਤੇ ਚੰਗੀਆਂ ਹੀ ਗੱਲਾਂ ਉਹਦੇ ਮੂੰਹ ਦੇ ਵਿੱਚੋਂ ਨਿਕਲਦੀਆਂ ਹਨ। ਸੁਣਿਆ ਜੋਗ ਜੁਗਤ ਤਨ ਭੇਦ। ਜੋ ਕਹਿੰਦੇ ਹਨ ਜੁੜਨਾ, ਜੁਗਤ ਕਹਿੰਦੇ ਜੁਗਤੀ, ਜੁੜਨ ਦੀ ਜੁਗਤੀ। ਹਾਂ, ਜਦੋਂ ਪ੍ਰਮਾਤਮਾ ਦੇ ਨਾਮ ਨੂੰ ਅਸੀਂ ਧਿਆਨ ਦੇ ਨਾਲ ਸੁਣਾਂਗੇ, ਸਾਨੂੰ ਇਸ ਜੋਗ ਜੁਗਤ, ਜੁੜਨ ਦੀ ਜੁਗਤੀ ਜਿਹੜੀ ਹੈ, ਔਰ ਸਰੀਰ ਦੇ ਜਿਹੜੇ ਭੇਦ ਆ ਉਹ ਸਮਝਣ ਲੱਗਣਗੇ। ਸੁਣਿਆ ਸਾਸਤ ਸਿਮਰਤ ਵੇਦ। ਇਹ ਪ੍ਰਮੁੱਖ ਗ੍ਰੰਥ ਜਿਹੜੇ ਆ ਹਿੰਦੂ ਧਰਮ ਦੇ, ਕਹਿੰਦੇ ਹਨ ਤੈਨੂੰ ਜੀਵਨ ਦੇ ਵਿੱਚ ਸੁਤੇ ਸਿੱਧ ਤੈਨੂੰ ਇਹਦੀ ਵੀ ਸਮਝ ਆਏਗੀ ਪ੍ਰਮਾਤਮਾ ਦੇ ਨਾਮ ਨਾਲ ਸੁਰਤ ਜੋੜਨ ਦੇ ਨਾਲ, ਕਿ ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਵੱਡਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਪ੍ਰਭੂ ਦੇ ਭਗਤਾਂ ਦੇ ਜੀਵਨ ਦੇ ਵਿੱਚ ਹਮੇਸ਼ਾ ਹੀ, ਸਦਾ ਹੀ ਖੇੜਾ ਬਣਿਆ ਰਹਿੰਦਾ, ਵਿਗਾਸ ਬਣਿਆ ਰਹਿੰਦਾ। ਸੁਣਿਆ ਦੁੱਖ ਪਾਪ ਕਾ ਨਾਸ। ਜਦੋਂ ਪ੍ਰਮਾਤਮਾ ਦੇ ਨਾਮ ਨੂੰ ਧਿਆਨ ਦੇ ਨਾਲ ਜਗਿਆਸੂ ਸੁਣਦਾ ਹੈ, ਪ੍ਰਭੂ ਦਾ ਪਿਆਰਾ ਸੁਣਦਾ ਹੈ, ਤੇ ਉਹਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ। ਸੁਣਿਆ ਸਤ ਸੰਤੋਖ ਗਿਆਨ। ਇੱਥੇ ਸਤ ਦਾ ਅਰਥ ਹੈ ਦਾਨ ਕਰਨਾ, ਕੁਛ ਵੰਡਣ ਵਾਲਾ। ਹੁਣ ਨਾਲੇ ਵੀ ਗੁਰੂ ਸਾਹਿਬ ਨੇ ਸ਼ਬਦ ਲਿਖਿਆ ਸੰਤੋਖ। ਹੁਣ ਸੰਤੋਖੀ ਹੀ ਦਾਨ ਕਰ ਸਕਦਾ ਹੈ। ਜਿਹੜਾ ਆਪ ਹੀ ਨਹੀਂ ਰੱਜਿਆ ਤੇ ਉਹ ਕਿਸੇ ਨੂੰ ਰੋਟੀ ਕੀ ਖਿਲਾ ਸਕਦਾ। ਜਿਹਦੀ ਆਪਣੀ ਤ੍ਰਿਸ਼ਨਾ ਖਤਮ ਨਹੀਂ ਹੋਈ, ਉਹ ਦੂਸਰੇ ਦੀ ਤ੍ਰਿਸ਼ਨਾ ਕਿੱਦਾਂ ਖਤਮ ਕਰ ਸਕਦਾ। ਉਹ ਆਪ ਹੀ ਸੰਤੋਖੀ ਨਹੀਂ, ਇਸ ਗੱਲ ਦਾ ਗਿਆਨ ਹੀ ਕੋਈ ਨਹੀਂ ਹੈ। ਸਾਹਿਬ ਕਹਿੰਦੇ ਜਿੱਦਣ ਸੁਰਤ ਜੋੜੇਗਾ ਤੈਨੂੰ ਇਹਦਾ ਵੀ ਗਿਆਨ ਆਏਗਾ। ਸੁਣਿਆ ਸਤ ਸੰਤੋਖ ਗਿਆਨ। ਸੁਣਿਆ 860 ਕਾ ਇਸ਼ਨਾਨ। 8 ਤੇ 60, 68 ਤੀਰਥਾਂ ਦਾ ਇਸ਼ਨਾਨ ਕਰਨੇਗਾ ਜਿੱਦਣ ਪ੍ਰਮਾਤਮਾ ਦੇ ਨਾਮ ਦੇ ਨਾਲ ਤੂੰ ਸੁਰਤ ਜੋੜੇ। ਸੁਣਿਆ 860 ਕਾ ਇਸ਼ਨਾਨ। ਸੁਣਿਆ ਪੜ ਪੜ ਪਾਵਹਿ ਮਾਨ। ਜੋ ਮਨੁੱਖ ਸੁਣਦਾ ਹੈ, ਪ੍ਰਮਾਤਮਾ ਦੇ ਨਾਮ ਨੂੰ ਸੁਣ ਕੇ ਜਿਹੜਾ ਮਾਨ ਮਨੁੱਖ ਪੜ੍ਹ ਕੇ ਪ੍ਰਾਪਤ ਕਰਦਾ ਹੈ ਨਾ, ਉਹ ਸੁਤੇ ਸਿੱਧ ਪ੍ਰਮਾਤਮਾ ਦੇ ਨਾਮ ਦੇ ਨਾਲ ਸੁਰਤ ਜੋੜਨ ਦੇ ਨਾਲ ਉਹਨੂੰ ਪ੍ਰਾਪਤ ਹੁੰਦਾ। ਇਹਦਾ ਮਤਲਬ ਹੈ ਕਿ ਅਸੀਂ ਪੜ੍ਹਨਾ ਨਹੀਂ ਹੈ। ਭਾਵ ਗੁਰੂ ਸਾਹਿਬ ਜੀ ਉਹਨਾਂ ਦੇ ਹੰਕਾਰ ਦੀ ਗੱਲ ਕਰਦੇ, ਕਿਉਂਕਿ ਉਹ ਪੜ੍ਹ ਕੇ ਹੰਕਾਰੀ ਹੋ ਜਾਂਦੇ ਸਨ, ਪ੍ਰਮਾਤਮਾ ਦੇ ਨਾਮ ਨੂੰ ਲਾਂਭੇ ਛੱਡ ਦਿੰਦੇ ਸਨ। ਸੁਣਿਆ ਲਾਗੇ ਸਹਿਜ ਧਿਆਨ। ਜਦੋਂ ਪ੍ਰਮਾਤਮਾ ਦੇ ਨਾਮ ਨੂੰ ਪਿਆਰ ਦੇ ਨਾਲ ਸੁਣਦਾ ਹੈ, ਆਤਮਿਕ ਅਡੋਲਤਾ ਦੇ ਵਿੱਚ ਉਹਦਾ ਧਿਆਨ ਲੱਗਦਾ। ਧਿਆਨ ਲਾਉਣਾ ਹੀ ਬਹੁਤ ਮੁਸ਼ਕਲ ਹੈ। ਨਾਨਕ ਭਗਤਾਂ ਸਦਾ ਵਿਗਾਸ। ਪ੍ਰਭੂ ਦੇ ਪਿਆਰਿਆਂ ਦੇ ਹਿਰਦੇ ਵਿੱਚ ਸਦਾ ਹੀ ਖੇੜਾ ਹੈ। ਤੇ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਸੁਣਦੇ ਆ, ਉਹ ਸੁਣਨ ਦੀ ਮਹਾਨਤਾ ਹੈ। ਕਹਿੰਦੇ ਸੁਣਿਆ ਦੁੱਖ ਪਾਪ ਕਾ ਨਾਸ। ਉਹਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ। ਸੁਣਿਆ ਸਰਾ ਗੁਣਾ ਕੇ ਗਾਹਾ। ਸਰਾ ਕਹਿੰਦੇ ਹਨ ਸਮੁੰਦਰ, ਸਾਗਰ ਜਿਹੜੇ ਆ, ਪਾਪ ਉਹਨਾਂ ਦੀ ਡੂੰਘਾਈ ਤੱਕ ਪਹੁੰਚ ਜਾਂਦਾ ਹੈ। ਮਤਲਬ ਕੋਈ ਵੀ ਗੱਲ ਹੈ ਉਹਨੂੰ ਗਹਿਰਾਈ ਤੱਕ ਸਮਝਣ ਦਾ
ਉੱਥੇ ਤੱਕ ਉਹਨੂੰ ਅਵਸਥਾ ਜੀਵਨ ਦੇ ਵਿੱਚ ਮਿਲ ਜਾਂਦੀ ਹੈ। ਸੁਣਿਆ ਸਰਾ ਗੁਣਾ ਕੇ ਗਾਹਾ, ਸੁਣਿਆ ਸੇਖ ਪੀਰ ਪਾਤਸ਼ਾਹ। ਜਦੋਂ ਸੁਣਦਾ ਹੈ ਨਾ ਪ੍ਰਮਾਤਮਾ ਦੇ ਨਾਮ ਨੂੰ, ਤੇ ਉਹ ਅਵਸਥਾ ਦਾ ਮਾਲਕ ਬਣ ਜਾਂਦਾ ਜਿੱਥੇ ਸੇਖ ਪੀਰ, ਇਹ ਅਧਿਆਤਮਕ ਉਹਨਾਂ ਦੇ ਗੁਰੂ ਇਸਲਾਮ ਦੇ ਪਾਤਸ਼ਾਹ ਬਣ ਜਾਂਦੇ। ਸੁਣਿਆ ਅੰਧੇ ਪਾਵੇ ਰਾਹ, ਆਮ ਕਰਕੇ ਇਹਨੂੰ ਅਸੀਂ ਪੜ੍ਹਦੇ ਹਾਂ ਰਾਹੋ, ਇੱਥੇ ਰਾਹ ਦੇ ਥੱਲੇ ਔਂਕੜ ਲੱਗਾ। ਜਿਸ ਵੇਲੇ ਪ੍ਰਮਾਤਮਾ ਦੇ ਨਾਮ ਨੂੰ ਸੁਣਦੇ ਹਾਂ ਤੇ ਜਿਹੜੇ ਆਤਮਿਕ ਤੌਰ ਤੇ ਅੰਨੇ ਮਨੁੱਖ ਆ ਨਾ, ਉਹਨਾਂ ਨੂੰ ਵੀ ਰਾਹ ਮਿਲ ਜਾਂਦਾ। ਰਾਹ ਤਾਂ ਇੱਕੋ ਹੀ ਹੈ ਨਾ, ਪਰਮਾਤਮਾ ਪਰਮੇਸ਼ਰ ਦਾ, ਉਹਨਾਂ ਨੂੰ ਵੀ ਰਾਹ ਮਿਲ ਜਾਂਦਾ। ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੇ ਅਸਗਾ, ਅਸਗਾ ਦਾ ਮਤਲਬ ਤਾਂ ਢਗਾਈ ਤੱਕ ਪਹੁੰਚ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਪ੍ਰਭੂ ਦੇ ਭਗਤਾਂ ਦੇ ਹਿਰਦੇ ਵਿੱਚ ਸਦਾ ਖੇੜਾ ਹੈ। ਸੁਣਿਆ ਦੁੱਖ ਪਾਪ ਕਾ ਨਾਸ, ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਨ ਦੇ ਨਾਲ, ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਇਹ 4 ਪੌੜੀਆਂ ਹਨ, ਕਿਉਂਕਿ ਬਾਣੀ ਧਿਆਨ ਮੰਗਦੀ ਹੈ। ਜਿਸ ਵੇਲੇ ਅਸੀਂ ਲਗਾ ਮਾਤਰਾ ਨੂੰ ਧਿਆਨ ਦੇ ਨਾਲ ਪੜ੍ਹਦੇ ਹਾਂ ਤੇ ਉਹਦਾ ਅਰਥ ਵੀ ਆਪਣੇ ਆਪ ਸ਼ੁੱਧ ਹੋ ਜਾਂਦਾ। ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ, ਅਸੀਂ ਜੇ ਆਮ ਪੜ੍ਹਦੇ ਹਾਂ, ਬਹੁਤ ਜ਼ਿਆਦਾ % ਲੋਕ ਪੜ੍ਹਦੇ ਆ ਸੁਣੀਏ ਸਿੱਧ ਪੀਰ ਸੁਰਨਾਥ, ਸੁਣੀਏ ਕਹਾਂਗੇ ਤਾਂ ਉਹਦਾ ਅਰਥ ਹੀ ਅਲੱਗ ਹੋ ਜਾਏ। ਮਤਲਬ ਤੁਸੀਂ ਸੁਣੋ, ਸੁਣੀਏ ਸਿੱਧ ਪੀਰ ਸੁਰਨਾਥ। ਇੱਥੇ ਗੁਰੂ ਸਾਹਿਬ ਕਹਿ ਰਹੇ ਸੁਣਿਆ ਸਿੱਧ ਪੀਰ ਸੁਰਨਾਥ, ਸੁਣਨ ਦੇ ਨਾਲ ਐਡੀ ਵੱਡੀ ਅਵਸਥਾ 'ਤੇ ਪਹੁੰਚ ਜਾਓਗੇ ਜਿੱਥੇ ਸਿੱਧ ਪਹੁੰਚ ਗਏ, ਪੀਰ ਪਹੁੰਚ ਗਏ, ਸੁਰ ਪਹੁੰਚ ਗਏ ਤੇ ਨਾਥ ਪਹੁੰਚ ਗਏ। ਇੱਥੇ ਹੁਣ ਪਹਿਲੀ ਪੌੜੀ ਵਿੱਚ ਮੰਨੇ ਹੈ, ਇੱਕ ਕਲਾਮ ਲੱਗੀ ਆ, ਮੰਨੇ ਕੀ ਗਤ ਕਹੀ ਨਾ ਜਾਏ। ਹਾਂ, ਜਿਹਨਾਂ ਨੇ ਮੰਨਿਆ, ਇਹ ਨਹੀਂ ਕਿ ਸਿਰਫ ਸੁਣਨਾ ਹੈ, ਸੁਣ ਕੇ ਉਸ ਨੂੰ ਮੰਨਣ ਵਾਲਾ, ਤੇ ਜਿਹੜਾ ਮੰਨਦਾ ਹੈ ਉਹਦੇ ਬਾਰੇ ਗੁਰੂ ਸਾਹਿਬ ਕਹਿ ਰਹੇ ਆ ਮੰਨੇ ਕੀ ਗਤ, ਉਹਦੀ ਉੱਚੀ ਆਤਮਿਕ ਅਵਸਥਾ। ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ। ਹਾਂ, ਜੇ ਉਹਦਾ ਬਾਰੇ ਕੋਈ ਬਿਆਨ ਵੀ ਕਰਦਾ ਹੈ ਨਾ, ਫਿਰ ਪਛਤਾਉਣਾ ਹੀ ਪੈਂਦਾ ਵੀ ਨਹੀਂ ਭਾਈ, ਉਹਨੂੰ ਤਾਂ ਪ੍ਰਮਾਤਮਾ ਨੇ ਆਪਣਾ ਰੂਪ ਬਣਾ ਲਿਆ। ਜਿਹਨੇ ਮੰਨ ਲਿਆ ਨਾ, ਉਹ ਪ੍ਰਮਾਤਮਾ ਦਾ ਬਣ ਗਿਆ। ਕਾਗਦ ਕਲਮ ਨਾ ਲਿਖਣ ਹਾਰ, ਨਾ ਉਹ ਕਾਗਜ਼ ਦੇ ਉੱਪਰ ਕਲਮ ਨਾਲ ਨਾ ਲਿਖ ਸਕਦੇ ਆ, ਉਹਦੇ ਗੁਣਾਂ ਨੂੰ ਬਿਆਨ ਹੀ ਨਹੀਂ ਕੀਤਾ ਸਕਦਾ। ਮੰਨੇ ਕਾ ਬਹਿ ਕਰਨ ਵਿਚਾਰ, ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਨਾ, ਬੈਠੇ ਹੋਏ ਹਾਂ ਜਿਨ੍ਹਾਂ ਨੇ ਮੰਨਿਆ ਹੈ। ਭਾਈ ਮਰਦਾਨਾ ਸਾਹਿਬ ਹੋ ਗਏ, ਬਾਬਾ ਬੁੱਢਾ ਸਾਹਿਬ ਜੀ ਹੋ ਗਏ, ਭਾਈ ਗੁਰਦਾਸ ਸਾਹਿਬ ਜੀ ਹੋ ਗਏ, ਐਸੇ ਇਤਿਹਾਸ ਭਰਿਆ ਪਿਆ ਜਿਨ੍ਹਾਂ ਨੇ ਮੰਨਿਆ ਹੈ। ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਇੱਥੇ ਮੰਨੇ, ਮਨ ਦੇ ਮੰਮੇ ਨੂੰ ਟਿੱਪੀ ਹੈ ਕਿ ਜਿਹੜਾ ਮਨ ਕਰਕੇ, ਅੱਗੇ ਮਨ ਜਿਹੜਾ ਉਹਦੇ ਨੰਨੇ ਨੂੰ ਸਿਹਾਰੀ ਹੈ। ਜੇ ਕੋ ਮਨ ਜਾਣੇ, ਮਨ ਕਰਕੇ ਕੋਈ ਮੰਨ ਕੇ ਦੇਖੇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਅੱਗੇ ਹੁਣ 2 ਲਾਵਾਂ ਲੱਗੀਆਂ ਨੰਨੇ ਨੂੰ। ਮੰਨੈ ਸੁਰਤ ਹੋਵੈ ਮਨ ਬੁੱਧ, ਜਿਸ ਵੇਲੇ ਪ੍ਰਮਾਤਮਾ ਦੇ ਨਾਮ ਨੂੰ ਮੰਨਾਂਗੇ, ਪਹਿਲੇ ਮੰਨੇ ਦਾ ਅਰਥ ਸੀ ਕਿ ਜਿਨ੍ਹਾਂ ਨੇ ਮੰਨਿਆ। ਇੱਥੇ ਹੁਣ ਹੈ 3 ਪੌੜੀਆਂ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰ ਰਿਹਾ ਕਿ ਜੇ ਮੰਨਾਂਗੇ ਕੀ ਮਿਲੇਗਾ। ਮੰਨੈ ਸੁਰਤ ਹੋਵੈ ਮਨ ਬੁੱਧ, ਮਨ ਦੇ ਵਿੱਚ, ਅਕਲ ਦੇ ਵਿੱਚ ਇਹ ਧਿਆਨ ਆਏਗਾ, ਪ੍ਰਮਾਤਮਾ ਦੀ ਬਖਸ਼ਿਸ਼ ਹੋਏਗੀ। ਮੰਨੈ ਸਗਲ ਭਵਨ ਕੀ ਸੁਧ, ਇਹ ਸੁਧ ਆ ਜਾਏਗੀ, ਸਮਝ ਆ ਜਾਏਗੀ ਕਿ ਜਹ ਜਹ ਪੇਖੋਂ ਤੈਂ ਹਜੂਰ, ਦੂਰ ਕਤੂ ਨਾ ਜਾਈ। ਕਣ ਕਣ ਦੇ ਵਿੱਚ ਪਰਮਾਤਮਾ ਵਸ ਰਿਹਾ ਹੈ। ਕਦੋਂ? ਜਦੋਂ ਮੰਨੇਗਾ, ਪਰਮਾਤਮਾ ਦੇ ਨਾਮ ਨੂੰ ਸੁਣ ਕੇ ਮੰਨੇਗਾ,
क्योंकि आपां सुणदे आ मनदे नहीं हाँ, सुणदे आ मनदे नहीं। जिद्दां मैं परसों बेनती कीती सी, सुनाउणा होर चीज़ है, सुनना होर चीज़ है, ते पर मनना बहुत वड्डी चीज़ है। जे उन्होंने चीज़ नूं आपां मन लैंदे तो जिहड़ा मन लैंदा ते रब कितना खुश होंदा। जिद्दां हुण घरां दे विच आपां उदाहरण लै लईए, बच्चे जिस वेले माँ बाप की गल मनदे आ ते माँ बाप भी खुश, बच्चे भी खुश हो जाते हैं। बच्चों की भी खुशी होती, मैं गल मन्नी है तो गल मनण दे नाल मेरे माँ बाप मेरे उपर कितना खुश होए। माँ बाप भी खुश तो बच्चे भी खुश। जे असीं उहदी गल मन्नांगे, साडा सतगुरु भी खुश होएगा तो साडा मन भी खुश होएगा भी असीं वो जो सतगुरु मार्ग दस रहा असीं उहनूं कमा रहे। तो वो दस रहा कि मन्नै सगल भवन की सुध, जिहड़ा मन्नेगा ना उहनूं सारे पासे परमात्मा ही परमात्मा दिखेगा। मन्नै मुँह चोटा ना खाए, इनू आम करके लोग पढ़ते मोहे मुँह, मन्ने मुँह। इत्थे हाहे नूं सिहारी का मतलब ये है कि मूँह के उपर मन्नै मुँह चोटा ना खाए। कहते हैं शर्मिंदगी दियां चोटां फिर उसनूं सहन नहीं होंदी, सहन नहीं करनियां पैंदियां। किहनूं? जिहड़ा मनदा है। मन्नै जम कै साथ ना जाए, जिहड़ा मनदा है ना वो जमा दा साथी नहीं बन। भाव जिद्दां आपां पढ़दे ना, गुरमुख जन्म सवार दरगाह चलिया, वो जमा दा साथी नहीं बनता। वो परमात्मा अकाल पुरख की किरपा का पात्र बन जाता है। ਉਹਦੇ ਉੱਪਰ परमात्मा किरपा करता है, बख्शिश करता है। हुण देखो ना, एक मुलजम होंदा है, दोषी होंदा है, उन्होंने किद्दां पुलिस पकड़ के लैके जाती है। एक बंदा मोहतरम बंदा होंदा, शहर का कोई बड़ा कोई लीडर होंदा, कोई पिंड का सरपंच होंदा, वो थाने जाता तो किद्दां जांदा? दोनों में फर्क है ना। एक दोषी बंदे दे विच ते एक बंदा जिहड़ा चंगे काम करता है, वो भी थाने जाता पर वो होर हिसाब दे नाल जांदा। तो गुरु साहब कहते जिहड़ा मन लैंदा, मन्नै जम के साथ ना जाए, वो परमात्मा की किरपा बन जाती है। ऐसा नाम निरंजन होए, जे को मन जाने मन कोए, जे कोई मन करके मन के देखे। तो अगे गुरु साहब महाराज किरपा करते, मन्नै मार्ग ठाक ना पाए। ठाक मतलब रुकावट, ਉਹਦੇ जीवन के रस्ते में कोई रुकावट नहीं आती जिहड़ा मनदा है। मन्नै मार्ग ठाक ना पाए, मन्नै पत स्यों प्रगट जाए। पत शब्द पात्र वास्ते भी आया, पत शब्द पत्तियां वास्ते भी गुरबाणी विच आया, पत शब्द पति वास्ते भी आया। इत्थे पत शब्द इज्जत है। मन्नै पत स्यों प्रगट जाए, इज्जत दे नाल प्रगट हो के संसार तो जाता है। मन्नै मग ना चलै पंथ, जिहड़ा मनदा है ना परमात्मा नूं मनदा है, परमात्मा दे नाम नूं मनदा है, तो वो अलग अलग रस्तियां ते अलग अलग पंथां दे उपर नहीं चलदा, वो इक्को ही मार्ग ते चलदा है। वो परमात्मा दा मार्ग है। सब कहते गुर सिख मीत चलो गुर चाली, जो गुर कहा सोई पल मानो हर हर कथा न। क्योंकि जिहड़े भटक रहे हैं ना, अलग अलग मार्गां ते चल रहे, मनदे नहीं हैं, गुरु नूं नहीं मनदे। भावें असीं पढ़ी जा रहे हैं, सब सिखण को हुक्म है गुरु मानियो ग्रंथ, पर गुरु दी नहीं मनदे। ये पढ़न दे नाल नहीं होना भी सोमवार इधर चले गए, वीरवार उधर चले गए, शनिवार उधर चले गए। पर गुरु नानक साहब पातशाह कह रहे आ, कहंदे जिहड़ा मनदा है वो अलग अलग मार्गां ते अलग अलग पंथ का पंथी नहीं बनता। मन्नै मग ना चलै पंथ, मन्नै धर्म सेती संबंध। संबंध मतलब उसका संबंध धर्म के नाल। धर्म की है? फर्ज। साडा फर्ज की है, इसकी समझ आ जाती है, धर्म नाल सांझ पै जाती है। क्योंकि असी अज कहन लग गए हिंदू धर्म, सिख धर्म, ईसाई धर्म, मुसलम धर्म। नहीं, धर्म एक ही आ दुनिया दे विच। सर्व धर्म में श्रेष्ठ धर्म, हर को नाम जप निर्मल करम। परमात्मा का नाम जपना और अपने धर्म नूं पहचानना, अपने फर्ज नूं पहचानना ही सब तो वड्डा धर्म। जिहड़ा मनदा है, सतगुरु कहंदा, सतगुरु कहंदे भाई
ਉਹਦਾ ਧਰਮ ਦੇ ਨਾਲ ਸੰਬੰਧ ਬਣ ਜਾਂਦਾ ਹੈ। ਮੰਨੈ ਧਰਮ ਸੇਤੀ ਸੰਵੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਮਨ ਕਰਕੇ ਮੰਨ ਕੇ ਦੇਖੇ ਪਰਮਾਤਮਾ ਦਾ ਐਸਾ ਨਾਮ ਹੈ। ਮੰਨੈ ਪਾਵਹਿ ਮੋਖ ਦਵਾਰ, ਜਿਹੜਾ ਮੰਨਦਾ ਨਾ ਉਹ ਮੋਖ ਦਵਾਰ, ਮੁਕਤੀ ਦਾ ਦਵਾਰ ਪ੍ਰਾਪਤ ਕਰ। ਮੁਕਤੀ ਕੀ ਹੈ? ਅਸੀਂ ਸਮਝਦੇ ਹਾਂ ਕਿ ਸ਼ਾਇਦ ਮਰਨ ਤੋਂ ਬਾਅਦ ਮੁਕਤ ਹੋਣਾ, ਪਰ ਗੁਰਮਤਿ ਕਹਿੰਦੀ ਹੈ ਕਿ ਜੀਂਦਿਆਂ ਮੁਕਤ ਹੋਣਾ, ਜੀਂਦਿਆਂ ਮੁਕਤ ਹੋਣਾ। ਸਤਿਗੁਰੂ ਕਹਿੰਦੇ, ਭਾਈ ਕਬੀਰ ਸਾਹਿਬ ਆਖਦੇ ਆ, ਕਹਿੰਦੇ ਹੇ ਪ੍ਰਮਾਤਮਾ ਮੁਕਤ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਈ ਨਾ। ਵੀ ਮਰਨ ਤੋਂ ਬਾਅਦ ਕੋਈ ਮੁਕਤੀ ਕਿਸੇ ਨੇ ਦੱਸਿਆ ਵੀ ਮੈਂ ਸਵਰਗ ਵਾਸੀ ਹਾਂ, ਮੈਂ ਸੱਚਖੰਡ ਵਾਸੀ ਹੋ ਗਿਆ? ਕਿਸੇ ਨੇ ਦੱਸਿਆ। ਮੁਕਤੀ ਤਾਂ ਜੀਂਦਿਆਂ ਪ੍ਰਾਪਤ ਕਰਨੀ ਹੈ, ਜੀਂਦਿਆਂ ਪ੍ਰਾਪਤ ਕਰਨੀ ਹੈ। ਤੇ ਉਹ ਸਤਿਗੁਰੂ ਦੀ ਸ਼ਰਨ ਵਿੱਚ ਕਿਹਨੂੰ ਮੁਕਤੀ ਮਿਲਦੀ ਹੈ? ਤੁਸੀਂ ਸੁਖਮਨੀ ਸਾਹਿਬ ਦਾ ਇੱਕ ਪਦਾ ਪੜ੍ਹਦੇ ਹੋ, ਕਹਿੰਦੇ ਤੈਸਾ ਹਰਕ ਤੈਸਾ ਉਹ ਸੋਗ, ਸਦਾ ਆਨੰਦ ਤੇ ਨਾਹੀ ਪਿਓਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਕਾਟੀ। ਤੈਸਾ ਮਾਣ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰ ਕਹੀਏ ਜੀਵਨ ਮੁਕਤ। ਮੰਨੈ ਪਾਵਹਿ ਮੋਖ ਦਵਾਰ, ਮੰਨੈ ਪਰਵਾਰੇ ਸਾਧਾਰ। ਜਿਹੜਾ ਮੰਨਦਾ ਨਾ ਉਹ ਆਪਣੇ ਪਰਿਵਾਰ ਨੂੰ ਵੀ ਸੁਧਾਰ ਲੈਂਦਾ, ਕਿਉਂਕਿ ਜੇ ਪਰਿਵਾਰ ਦੇ ਵਿੱਚ ਬਹੁਤ ਅੱਜ ਸਮੇਂ ਦੇ ਵਿੱਚ ਬਹੁਤ ਵੱਡੀ ਜ਼ਰੂਰਤ ਹੈ। ਕਿਉਂਕਿ ਅੱਜ ਬਹੁਤ ਸਮਾਂ, ਅੱਗੇ ਸਮਾਂ ਹੁੰਦਾ ਸੀ ਅਸੀਂ ਇਕੱਠੇ ਬੈਠਦੇ ਸੀ, ਪਰਿਵਾਰਾਂ ਦੇ ਵਿੱਚ ਇਕੱਠ ਹੁੰਦਾ ਸੀ। ਪਹਿਲਾਂ ਜੁਆਇੰਟ ਫੈਮਲੀਆਂ ਹੁੰਦੀਆਂ ਸੀ, ਪਰਿਵਾਰਾਂ ਦਾ ਦੁੱਖ ਸੁੱਖ ਸਾਂਝਾ ਹੁੰਦਾ ਸੀ। ਫਿਰ ਅਸੀਂ ਅਲੱਗ-ਅਲੱਗ ਹੋ ਗਏ। ਹੁਣ ਅਸੀਂ ਅਲੱਗ ਹੋ ਕੇ ਵੀ ਹੋਰ ਅਲੱਗ ਹੋ ਗਏ। ਜੇ 2 ਬੱਚੇ ਵੀ ਆ ਤੇ ਇੱਕ ਮੋਬਾਈਲ ਲੈ ਕੇ ਉੱਧਰ ਬੈਠਾ, ਇੱਕ ਉੱਧਰ ਬੈਠਾ, ਤੀਸਰਾ ਉਹ ਤੇ 4 ਜਾਣੇ, ਚਾਰਾਂ ਦੇ ਅਲੱਗ-ਅਲੱਗ ਮੋਬਾਈਲ ਚਲਾ ਰਹੇ। ਸਾਂਝ ਹੀ ਨਹੀਂ ਬਣ ਰਹੀ। ਕਿਸ ਵੇਲੇ ਗੁਰਮਤਿ ਦੀ ਗੱਲ ਹੋਏਗੀ, ਕਿਸੇ ਵੇਲੇ ਗੁਰਬਾਣੀ ਦੀ ਗੱਲ ਹੋਏਗੀ, ਕਿਦੋਂ ਅਕਲ ਦੀ ਗੱਲ ਕਰਾਂਗੇ, ਕੋਈ ਨਹੀਂ ਰਹੀ। ਬਹੁਤ ਭਾਗਾਂ ਵਾਲੇ ਪਰਿਵਾਰ ਹੈ ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬ, ਕਿਉਂਕਿ ਜਿਹੜੇ ਮੰਨਦੇ ਆ ਉਹ ਤਾਂ ਮੰਨਦੇ ਆ ਨਾ ਗੱਲ ਨੂੰ। ਗੁਰੂ ਸਾਹਿਬ ਜੀ ਮਹਾਰਾਜ ਉਹ ਅੱਜ ਵੀ ਮੰਨਦੇ, ਇਸ ਸਮੇਂ ਦੇ ਵਿੱਚ ਵੀ ਰਹਿ ਕੇ ਮੰਨਦੇ ਆ। ਤੇ ਗੁਰੂ ਸਾਹਿਬ ਕਹਿੰਦੇ ਮੰਨੋਗੇ ਮੰਨੈ ਪਰਵਾਰੇ ਸਾਧਾਰ। ਉਹ ਪ੍ਰਮਾਤਮਾ ਦੀ ਕਿਰਪਾ ਹੋਏਗੀ। ਮੰਨੈ ਤਰੇ ਤਾਰੇ ਗੁਰ ਸਿੱਖ। ਆ ਜਿੰਨੇ ਆ ਇੱਥੇ ਜਿੰਨੇ ਸ਼ਬਦ ਆਏ ਉਨੇ ਹੀ ਵਿਸ਼ਰਾਮ ਹਨ। ਇਸ ਪੰਕਤੀ ਦੇ ਵਿੱਚ ਜਿੰਨੇ ਸ਼ਬਦ ਆ ਉਨੇ ਹੀ ਵਿਸ਼ਰਾਮ ਆ। ਮੰਨੈ ਤਰੇ ਤਾਰੇ ਗੁਰ ਸਿੱਖ, ਕਿਉਂਕਿ ਗੁਰੂ ਆਪ ਵੀ ਤਰਿਆ ਤੇ ਆਪਣੇ ਸਿੱਖਾਂ ਨੂੰ ਵੀ ਤਾਰਦਾ, ਕਿਉਂਕਿ ਉਹਨੇ ਤਾਂ ਮੰਨਿਆ ਨਾ, ਮੰਨੈ ਤਰੇ ਤਾਰੇ ਗੁਰ ਸਿੱਖ। ਮੰਨੈ ਨਾਨਕ ਭਵੈ ਨਾ ਭਿਖ। ਕਹਿੰਦੇ ਜਿਹੜਾ ਮੰਨਦਾ ਹੈ ਨਾ ਉਹ ਦਰ ਦਰ ਦਾ ਭਿਖਾਰੀ ਨਹੀਂ ਬਣਦਾ, ਬਿਲਕੁਲ ਨਹੀਂ ਬਣਦਾ। ਉਹਦੇ ਉੱਪਰ ਪਰਮਾਤਮਾ ਦੀ ਕਿਰਪਾ ਬਣ ਜਾਂਦੀ ਹੈ ਕਿ ਮੇਰਾ ਇੱਕੋ ਹੀ ਹੈ, ਮੈਂ ਉਹਦੇ ਕੋਲੋਂ ਮੰਗਣਾ ਹੈ, ਜੋ ਮੰਗਾਂਗਾ ਮੈਨੂੰ ਭਰੋਸਾ ਹੈ ਉਹ ਦਿੰਦਾ ਹੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇ। ਗੁਰੂ ਸਾਹਿਬ ਕਹਿੰਦੇ ਮੰਨਿਆ, ਗੁਰੂ ਨੇ ਮੰਨਿਆ ਤੇ ਗੁਰੂ ਨੇ ਤਾਰਿਆ ਵੀ ਹੈ। ਮੰਨੈ ਤਰੇ ਤਾਰੇ ਗੁਰ ਸਿੱਖ। ਮੰਨੈ ਨਾਨਕ ਭਵੈ ਨਾ ਭਿਖ। ਜਿਹੜਾ ਮੰਨਦਾ ਨਾ ਉਹ ਦਰ ਦਰ ਦਾ ਭਿਖਾਰੀ ਨਹੀਂ ਬਣਦਾ। ਆ ਸਿੱਖ ਦੇਖਿਆ ਮੰਗਤਾ ਕਿਤੇ ਨਹੀਂ ਮਿਲੇਗਾ, ਮੰਗਤਾ ਸਿੱਖ, ਕਿਉਂਕਿ ਉਹ ਦਾਤਾ ਬਣਾ ਦਿੱਤਾ ਗੁਰੂ ਸਾਹਿਬ ਮਹਾਰਾਜ, ਵੰਡਣ ਵਾਲਾ ਬਣਾ ਦਿੱਤਾ ਸਿੱਖ। ਕਿੰਨਾ ਕੁਛ ਹੋਇਆ ਸਿੱਖਾਂ ਦੇ ਨਾਲ, ਪਰ ਹਮੇਸ਼ਾ ਸਿੱਖ ਨੇ ਵੰਡਿਆ ਹੈ। ਕਿਉਂਕਿ ਅਸੀਂ ਪੜ੍ਹਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਅਸੀਂ ਕਿਸੇ ਕੋਲ ਮੰਗਦੇ ਨਹੀਂ, ਅਸੀਂ ਭਿਖਾਰੀ ਨਹੀਂ ਹਾਂ। ਹਾਂ ਉਹਦੇ ਕੋਲ ਮੰਗਦੇ ਹਾਂ, ਅਸੀਂ ਉਹਦੇ ਦਰ ਦੇ ਭਿਖਾਰੀ ਹਾਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਤੇ ਗੁਰੂ ਤਾਂ ਇੰਨਾ ਸਮਰੱਥ ਹੈ ਗੁਰੂ ਪਿਆਰਿਓ, ਜਿਹੜਾ ਗੁਰੂ ਦੇ ਕੋਲੋਂ ਮੰਗਦਾ ਹੈ ਨਾ। ਆਪਾਂ ਕਹਿੰਦੇ ਸਾਨੂੰ ਗੁਰੂ ਆ ਨਹੀਂ ਦਿੰਦਾ, ਸਾਨੂੰ ਗੁਰੂ ਆ ਨਹੀਂ ਦਿੰਦਾ, ਪਰ ਅਸੀਂ ਮੰਨਦੇ ਨਹੀਂ ਹਾਂ। ਜਿਹੜੇ ਮੰਨ ਲੈਂਦੇ ਆ ਨਾ, ਗੁਰੂ ਤਾਂ ਸੀਸ ਵੀ ਦੇ ਦਿੰਦਾ। ਮੰਗਿਆ ਨਾ ਬੇਗਾਨਿਆਂ ਨੂੰ ਦੇ ਦਿੱਤਾ। ਕਸ਼ਮੀਰੀ ਪੰਡਤ ਆਏ ਤੇ ਗੁਰੂ ਸਾਹਿਬ ਨੇ ਤਾਂ ਆਪਣੀ ਸ਼ਹਾਦਤ ਦੇ ਦਿੱਤੀ ਹੈ, ਵੱਖਰੀ ਗੱਲ ਹੈ। ਹੁਣ ਉਹ ਸ਼ਹਾਦਤ ਦਾ ਅਲੱਗ ਇਤਿਹਾਸ ਬਣਾਇਆ ਜਾ ਰਿਹਾ ਕਿ ਗੁਰੂ ਸਾਹਿਬ ਨੇ ਨਾ ਹਿੰਦੂ ਧਰਮ ਦੀ ਰੱਖਿਆ ਵਾਸਤੇ ਖਾਲਸਾ ਬਣਾਇਆ ਸੀ। ਪਰ ਇਹ ਭੁੱਲ ਜਾਓ ਭਾਈ, ਤੁਸੀਂ ਇਹ ਭੁੱਲ ਜਾਂਦੇ ਹੋ ਹਿੰਦੂ ਆਏ ਸਨ, ਉਹਨਾਂ ਦੇ ਧਰਮ ਦੀ ਰੱਖਿਆ ਕੀਤੀ ਗੁਰੂ ਸਾਹਿਬ ਨੇ।
जे बहादुर शाह आ तो उन्होंने भी सहायता की गुरु साहब ने थोड़े समय बाद औरंगजेब ने किन्ना अत्याचार किया ना, साहिबजादे भी शहीद होए आ, सिंह भी शहीद होए आ, सारा कुछ होया ना उस समय दे विच औरंगजेब दे। हुण जे हिंदू मदद मंगते आ, सिख उस वेले भी तैयार है, गुरु साहब शहादत दिंदे आ। जे औरंगजेब का पुत्र बहादुर शाह मदद मंगदा, मुसलमान मंगदा है, सिख उन्होंने भी मदद करता है, क्योंकि सिख मंगदा ही सरबत का भला है। जे असीं उहनूं ठप्पा लाउण दा यतन किया जा रहा भी सिख बने हिंदुआं दी रखिया वास्ते, नहीं भाई, सानू गुरु पातशाह ने एक नवेकला धर्म दिता, नियारा दिता। नियारे का मतलब हुंदा वखरा, तो सिख भिखारी नहीं है तो ना मंगदा है। कहते हैं को किसी को राज ना दे हैं, जो ले हैं निज बल से ले हैं। सिख सब कुछ कर सकते हैं, अज दुनिया के उपर राज सिख कर रहे हैं, सिख भिखारी नहीं है, सिख दाता। कित्थे लड़ाई लगती है, कित्थे काल पै रहा, कित्थे कित्थे लंगर पहुँच जाता है, सेवा करते भावें साल लग जाए, 2 साल लग जाए। ना खालसा एड वाले कितनी सेवा करते, हरेक सिख के अंदर भावना होती मैं सेवा करा। सिख क्योंकि मनदा गुरु नूं मनदा है ना, इस करके भिखारी नहीं है। मन्नै नानक भवै ना भिख, ऐसा नाम निरंजन होए। जे को मन जाने मन कोई, कोई मन करके मन के देखे परमात्मा का नाम, तेरा जीवन बदल देगा, क्योंकि वो नाम दे विच बहुत ताकत है। गुरु साहब महाराज कृपा करन, इन्नियां बेनतियां प्रवान करनियां। वाहिगुरू जी का खालसा, वाहिगुरू जी की फतेह।